80,000 ਡੋਜ਼ਿਸ ਜਿਹੜੀਆਂ ਹੈਗੀਆਂ ਨੇ ਉਹਨੂੰ ਪ੍ਰਾਈਵੇਟ ਹਸਪੀਟਲ ਨੂੰ 1060 ਰੁਪਏ 'ਚ ਵੇਚ ਦਿੱਤਾ ਔਰ 660 ਰੁਪਏ ਪ੍ਰਤੀ ਵੈਕਸੀਨ ਦਾ ਕਮਾਈ ਕੀਤੀ। ਇਸ ਪੰਜਾਬ ਸਰਕਾਰ ਨੇ ਸਿਰਫ 35 ਦਿਨਾਂ ਦੇ ਵਿੱਚ ਫਤਿਹ ਕਿੱਟ ਦੇ 3 ਟੈਂਡਰ ਫਲੋਟ ਕਰਕੇ ਕਮਾਈ ਕੀਤੀ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਉਹਦਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪੈਸਾ ਕਿਵੇਂ ਕਮਾਉਣਾ ਹੈ, ਆਪਣੇ ਘਰ ਕਿਵੇਂ ਭਰਨੇ ਆ, ਸਾਡਾ 25% 30% ਦਾ ਹਿੱਸਾ ਕਿਵੇਂ ਆਉਂਦਾ ਹੈ। ਅੱਜ ਜਦੋਂ ਫਤਿਹਗੜ੍ਹ ਦੇ ਵਿੱਚ ਪਰਚੇਜ ਦੇ ਵਿੱਚ ਭ੍ਰਸ਼ਟਾਚਾਰ ਦਾ ਇਲਜ਼ਾਮ ਲੱਗ ਰਿਹਾ, ਕੋਈ ਹੈਲਥ ਮੰਤਰੀ ਨਹੀਂ, ਕੋਈ ਮੁੱਖ ਮੰਤਰੀ ਨਹੀਂ, ਪੰਜਾਬ ਦਾ ਕੋਈ ਨੇਤਾ ਅੱਜ ਇਹਦੇ ਤੇ ਬੋਲਣ ਨੂੰ ਤਿਆਰ ਨਹੀਂ। ਇਹ ਜਿਹੜਾ ਫਤਿਹਗੜ੍ਹ ਦਾ ਨਾਮ ਦੇ ਰਹੇ ਨੇ ਕਿ ਫਤਿਹ ਮਿਸ਼ਨ ਫਤਿਹ ਅਸੀਂ ਪੰਜਾਬ ਦੇ ਵਿੱਚ ਕਰੋਨਾ ਦੇ ਕੀਤਾ, ਇਹ ਮਿਸ਼ਨ ਫਤਿਹ ਭ੍ਰਸ਼ਟਾਚਾਰ ਤੇ ਕੀਤਾ ਇਹਨਾਂ ਨੇ। ਦੇਖਿਆ ਕਿ ਇਸ ਵੇਲੇ ਕਰੋਨਾ ਦੀ ਮਹਾਮਾਰੀ ਨਾਲ ਸਾਰਾ ਦੇਸ਼ ਜੂਝ ਰਿਹਾ ਔਰ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਮੁਫਤ ਵੈਕਸੀਨ ਦਾ ਜਿਹੜਾ ਜ਼ਿੰਮਾ ਹੈ ਉਹ ਕੇਂਦਰ ਸਰਕਾਰ ਦੇ ਉੱਤੇ ਲੈ ਲਿਆ ਔਰ ਹੁਣ ਕੇਂਦਰ ਸਰਕਾਰ ਸਾਰੇ ਦੇਸ਼ ਵਾਸੀਆਂ ਨੂੰ ਮੁਫਤ ਵੈਕਸੀਨ ਉਪਲਬਧ ਕਰਾਏਗੀ। ਉਹਦੇ ਨਾਲ ਜਿਵੇਂ ਪਿਛਲੇ ਸਾਲ 8 ਮਹੀਨੇ ਫ੍ਰੀ ਰਾਸ਼ਨ ਜਿਹੜਾ ਹੈਗਾ ਵਾ ਕੇਂਦਰ ਸਰਕਾਰ ਨੇ ਗਰੀਬ 80 ਕਰੋੜ ਲੋਕਾਂ ਵਾਸਤੇ ਔਰ ਪੰਜਾਬ ਦੇ 1.41 ਕਰੋੜ ਲੋਕਾਂ ਵਾਸਤੇ ਦਿੱਤਾ ਸੀਗਾ, ਹੁਣ ਫਿਰ ਮਈ ਤੋਂ ਲੱਗ ਕੇ ਨਵੰਬਰ ਤੱਕ 7 ਮਹੀਨਿਆਂ ਦਾ ਰਾਸ਼ਨ ਜਿਹੜਾ ਹੈਗਾ ਵਾ 5 ਕਿਲੋ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਅਨਾਜ ਜਿਹੜਾ ਹੈਗਾ ਉਹ ਫ੍ਰੀ ਕੇਂਦਰ ਸਰਕਾਰ ਮੋਦੀ ਸਰਕਾਰ ਵੱਲੋਂ ਦਿੱਤਾ ਜਾਏਗਾ। ਸੋ ਇਹਨਾਂ ਦੋਨਾਂ ਜਿਹੜੇ ਸ਼ਲਾਘਾਯੋਗ ਕਦਮ ਸਾਡੀ ਸਰਕਾਰ ਨੇ ਚੱਕੇ ਨੇ, ਮੈਂ ਉਸ ਦਾ ਸਵਾਗਤ ਵੀ ਕਰਦਾ ਔਰ ਪ੍ਰਧਾਨ ਮੰਤਰੀ ਮੋਦੀ ਜੀ ਦਾ ਉਹਦੇ ਵਾਸਤੇ ਧੰਨਵਾਦ ਵੀ ਕਰਦਾ ਪੰਜਾਬ ਦੀ ਜਨਤਾ ਵੱਲੋਂ। ਜਿੱਥੇ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੀ ਚਿੰਤਾ ਕਰਦੇ ਹੋਣ ਕਿ ਦੇਸ਼ ਦਾ ਕੋਈ ਨਾਗਰਿਕ ਐਸਾ ਨਾ ਬਚੇ ਜਿਹਨੂੰ ਵੈਕਸੀਨ ਨਾ ਲੱਗੇ ਔਰ ਫ੍ਰੀ ਆਫ ਕਾਸਟ ਉਸ ਵੈਕਸੀਨ ਨੂੰ ਸਾਰੇ ਦੇਸ਼ ਵਾਸੀਆਂ ਤੱਕ ਪਹੁੰਚਾਇਆ ਜਾਵੇ ਔਰ ਉਹਦੇ ਨਾਲ ਕੋਈ ਭੁੱਖਾ ਨਾ ਸੋਵੇ, ਇਹਦੇ ਵਾਸਤੇ ਰਾਸ਼ਨ ਉਪਲਬਧ ਕਰਾਇਆ ਜਾਵੇ ਫ੍ਰੀ ਆਫ ਕਾਸਟ। ਉਸ ਦੇ ਬਿਲਕੁਲ ਦੂਸਰੇ ਪਾਸੇ ਸਾਡੀ ਪੰਜਾਬ ਦੀ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ। ਆਪਾਂ 2 ਦਿਨ ਪਹਿਲਾਂ ਵੀ ਮਿਲੇ ਸਾਂ, ਉਦੋਂ ਆਪਾਂ ਦੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਜਿਹੜੀ ਪਹਿਲੀ ਖੇਪ ਗਰੀਬਾਂ ਨੂੰ ਲਗਾਉਣ ਵਾਸਤੇ 1,14,000 ਵੈਕਸੀਨਸ ਦੀ ਡੋਜ਼ਿਸ ਦੀ ਜਿਹੜੀ ਉਹਨੇ ਪਰਚੇਜ਼ ਕੀਤੀ ਸੀ 400 ਰੁਪਏ 'ਚ, ਉਹ ਕਿਸ ਤਰੀਕੇ ਨਾਲ ਉਹ 'ਚੋਂ 80,000 ਡੋਜ਼ਿਸ ਜਿਹੜੀਆਂ ਹੈਗੀਆਂ ਨੇ ਉਹਨੂੰ ਪ੍ਰਾਈਵੇਟ ਹਸਪੀਟਲ ਨੂੰ 1060 ਰੁਪਏ 'ਚ ਵੇਚ ਦਿੱਤਾ ਔਰ 660 ਰੁਪਏ ਪ੍ਰਤੀ ਵੈਕਸੀਨ ਦਾ ਕਮਾਈ ਕੀਤੀ। ਉਹ 80,000 ਡੋਜ਼ਿਸ ਗਰੀਬ ਪਰਿਵਾਰਾਂ ਨੂੰ, ਗਰੀਬ ਬੱਚਿਆਂ ਨੂੰ, ਮਾਵਾਂ ਭੈਣਾਂ ਸਾਡੇ ਜਿਹੜੇ ਹੈਗੇ ਨੇ ਔਰ ਆਮ ਜਨਤਾ ਹੈਗੀ ਆ ਉਹਨੂੰ ਲੱਗਣੀ ਸੀ ਫ੍ਰੀ ਆਫ ਕਾਸਟ, ਲੇਕਿਨ ਪੰਜਾਬ ਸਰਕਾਰ ਨੇ ਉਹਦੇ 660 ਰੁਪਏ ਪ੍ਰਤੀ ਵੈਕਸੀਨ ਦੀ 80,000 ਦੀ ਖੇਪ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੱਤੀ। ਮੈਂ ਤੇ ਹੈਰਾਨ ਹਾਂ ਕਿ ਇਸ ਤਰ੍ਹਾਂ ਦੀ ਮਹਾਮਾਰੀ ਦਾ ਦੌਰ ਚੱਲਦਾ ਹੋਵੇ ਤੇ ਕੋਈ ਵੀ ਵਿਅਕਤੀ ਇਹ ਕਿਵੇਂ ਸੋਚ ਸਕਦਾ ਹੈ ਕਿ ਅਸੀਂ ਗਰੀਬ ਆਦਮੀ ਦੇ ਇਸ ਸਮੇਂ ਦੇ ਵਿੱਚ ਜਿਹੜਾ ਸੰਕਟ ਉਹਦੇ ਉੱਤੇ ਹੈਗਾ ਉਹਦੇ ਉੱਤੇ ਵੀ ਅਸੀਂ ਪੈਸੇ ਕਿਵੇਂ ਕਮਾ ਸਕਦੇ ਹਾਂ। ਇਸ ਤਰ੍ਹਾਂ ਦਾ ਇੱਕ ਬਹੁਤ ਵੱਡਾ ਘੁਟਾਲਾ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ, ਉਹ ਹੈਗਾ ਫਤਿਹ ਕਿੱਟ ਦੇ ਨਾਲ ਸੰਬੰਧਿਤ ਘੁਟਾਲਾ। ਦੋਸਤੋ, ਆਪਾਂ ਵੇਖਦੇ ਹਾਂ ਕਿ ਟੈਂਡਰ ਹੁੰਦਾ ਹੈ, ਔਰ ਉਸ ਟੈਂਡਰ ਦੇ ਵਿੱਚੋਂ ਦੀ ਪੈਸੇ ਕਿਵੇਂ ਕਮਾਏ ਜਾਣੇ ਨੇ। ਮੈਂ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਤਿਗੜਮਬਾਜ਼ੀ ਅੱਜ ਤੱਕ ਨਹੀਂ ਦੇਖੀ ਜੋ ਇਸ ਪੰਜਾਬ ਸਰਕਾਰ ਨੇ ਸਿਰਫ 35 ਦਿਨਾਂ ਦੇ ਵਿੱਚ ਫਤਿਹ ਕਿੱਟ ਦੇ 3 ਟੈਂਡਰ ਫਲੋਟ ਕਰਕੇ ਕਮਾਈ ਕੀਤੀ। ਇਹਨਾਂ ਨੇ ਸਭ ਤੋਂ ਪਹਿਲਾ ਟੈਂਡਰ ਜਿਹੜਾ ਮੰਗਾਇਆ 1/4/21 ਤੱਕ ਜਿਹੜੇ ਹੈਗੇ ਨੇ ਟੈਂਡਰ ਮੰਗਾਏ ਗਏ ਸਨ 50,000 ਫਤਿਹ ਕਿੱਟਾਂ ਦੇ।
ਔਰ 1/4 ਨੂੰ ਜਿਹੜੇ ਟੈਂਡਰਸ ਆਏ ਉਹਨਾਂ ਚੋਂ ਸੰਗਮ ਮੈਡੀਕਲ ਸਟੋਰ ਦਾ ਸਭ ਤੋਂ ਘੱਟ ਰੇਟ ਸੀਗਾ 837 ਰੁਪਏ। ਆਹ ਸਰਕਾਰੀ ਟੈਂਡਰ ਦਿਖਾ ਰਿਹਾ ਤੁਹਾਨੂੰ, ਇਹ ਸਰਕਾਰੀ ਟੈਂਡਰ ਦੀ ਸ਼ਾਰਟਲਿਸਟ ਦਿਖਾ ਰਿਹਾ ਜਿਹਦੇ ਵਿੱਚ ਸੰਗਮ ਮੈਡੀਕਲ ਸਟੋਰ ਨੂੰ 837 ਰੁਪਏ ਇਨਕਲੂਡਿੰਗ ਟੈਕਸ ਉਹਨੇ GST ਕੋਟ ਕੀਤਾ ਸਭ ਤੋਂ ਘੱਟ ਰੇਟ। ਉਸ ਦੇ ਬਾਅਦ ਜਿਹੜੇ ਬਾਕੀ ਪਾਰਟੀਆਂ ਸੀਗੀਆਂ, ਕਿਸੇ ਨੇ 988 ਰੁਪਏ, ਕਿਸੇ ਨੇ 981 ਰੁਪਏ, ਕਿਸੇ ਨੇ 996 ਰੁਪਏ ਇਸ ਤਰ੍ਹਾਂ ਦੇ ਕੋਟ ਕੀਤੇ। ਔਰ ਆਪਾਂ ਸਾਰੇ ਟੈਂਡਰ ਦੀ ਪ੍ਰਕਿਰਿਆ ਨਾਲ ਬੜੇ ਅੱਛੀ ਤਰ੍ਹਾਂ ਵਾਕਿਫ ਹਾਂ ਕਿ ਜਦੋਂ ਟੈਂਡਰ ਇਨਵਾਈਟ ਕੀਤਾ ਜਾਂਦਾ ਹੈ ਤੇ ਜਿਹਨੇ ਸਭ ਤੋਂ ਘੱਟ ਕੋਟ ਕੀਤਾ ਉਹਦਾ ਉਹਨੂੰ ਟੈਂਡਰ ਦੇ ਦਿੱਤਾ ਜਾਂਦਾ ਹੈ, ਪ੍ਰੋਵਾਈਡਡ ਉਹ ਸਾਰੀਆਂ ਕੰਡੀਸ਼ਨ ਨੂੰ ਸੈਟੀਸਫਾਈ ਕਰਦਾ ਹੋਵੇ। ਇਹਨਾਂ ਨੇ ਕੀ ਕੀਤਾ, ਸੰਗਮ ਮੈਡੀਕਲ ਸਟੋਰ ਨੂੰ ਤਾਂ ਕਾਰਪੋਰੇਟ ਦੇਣੀ ਪੈਣੀ ਸੀ ਕਿ ਟੈਂਡਰ, ਲੇਕਿਨ ਦੋ ਪਾਰਟੀਆਂ ਨੂੰ ਹੋਰ ਕਰ ਦਿੱਤਾ। 837 ਰੁਪਏ ਸੰਗਮ 50,000 ਕਿੱਟ ਦੇਣ ਨੂੰ ਤਿਆਰ, ਔਰ ਇਹਦਾ ਪਰਚੇਜ਼ ਆਰਡਰ ਜਿਹੜਾ ਹੈਗਾ 940 ਰੁਪਏ 80 ਪੈਸੇ। ਇਹ ਦੇਸ਼ ਦੇ ਇਤਿਹਾਸ ਸ਼ਾਇਦ ਪਹਿਲਾ ਐਸਾ ਇੰਸਟੈਂਸ ਹੋਏਗਾ ਕਿ ਬੰਦਾ ਕਹਿੰਦਾ ਹੋਵੇ ਕਿ ਮੈਂ 837 ਰੁਪਏ 'ਚ ਤੁਹਾਨੂੰ ਫਤਿਹ ਕਿੱਟ ਦੇਣ ਨੂੰ ਤਿਆਰ ਹਾਂ, ਲੇਕਿਨ ਸਰਕਾਰ ਕਹੇ ਨਹੀਂ ਅਸੀਂ 940 ਰੁਪਏ 80 ਪੈਸੇ 'ਚ ਲੈਣੀ ਹੈ। ਔਰ ਸ਼ਾਇਦ ਤੁਸੀਂ ਵੀ ਕਿਸੇ ਨੇ ਐਸਾ ਦੇਖਿਆ ਨਹੀਂ ਹੋਏਗਾ ਕਿ ਇਸ ਤਰ੍ਹਾਂ ਦੀ ਲੁੱਟ ਕਿਵੇਂ ਹੁੰਦੀ ਹੈ। ਕੰਮ ਇੱਥੇ ਹੀ ਨਹੀਂ ਮੁੱਕਿਆ। ਇਹ ਲਗਭਗ 4 ਕਰੋੜ 70 ਲੱਖ 40 ਹਜ਼ਾਰ ਦਾ ਇਹ ਟੈਂਡਰ ਜਿਹੜਾ ਸੀਗਾ, ਔਰ ਇਹਦੇ ਚ 103 ਰੁਪਏ ਦਾ ਸਿੱਧਾ ਕਪਲਾ ਹੋਇਆ ਪਰ ਕਿੱਟ। ਜਦੋਂ ਹਜੇ, ਔਰ ਇਹ ਵੀ ਮੈਂ ਕਲੀਅਰ ਕਰ ਦਿਆਂ, ਇਹਦੀ ਜਿਹੜੀ ਮਿਆਦ ਸੀਗੀ ਟੈਂਡਰ ਦੇ ਵਿੱਚ ਲਿਖਿਆ ਹੋਇਆ ਕਿ ਕਿੱਟਾਂ ਦੀ ਸੰਖਿਆ ਵਧਾਈ ਜਾਂ ਘਟਾਈ ਜਾ ਸਕਦੀ ਹੈ, ਉਹਦੀ ਟਰਮਸ ਐਂਡ ਕੰਡੀਸ਼ਨ 'ਚ ਲਿਖਿਆ ਹੋਇਆ। ਔਰ ਇਹ ਵੀ ਲਿਖਿਆ ਹੋਇਆ ਕਿ ਸਰਕਾਰ 180 ਦਿਨ ਤੱਕ ਜਿੰਨੀਆਂ ਚਾਹਵੇ ਉਹ ਪਰਚੇਸ ਕਰ ਸਕਦੀ ਹੈ। तो जो ਵੱਧ ਘਟਦਾ ਆ ਗਿਆ ਜਿੰਨੀ ਮਰਜ਼ੀ ਪਰਚੇਸ ਵਧਾ ਵੀ ਸਕਦਾ, ਆਰਡਰ ਘਟਾ ਵੀ ਸਕਦਾ ਆਰਡਰ। ਸੋ ਇਹ ਸਾਰੀਆਂ ਚੀਜ਼ਾਂ ਦੇ ਹੋਣ ਦੇ ਬਾਵਜੂਦ ਬੜੀ ਮਜ਼ੇਦਾਰ ਗੱਲ ਇਹ ਹੈ ਕਿ ਇਹ ਟੈਂਡਰ ਇਹ ਵਰਕ ਆਰਡਰ ਕੀਤਾ ਗਿਆ 3/4 ਨੂੰ, ਨਾਲ ਹੀ 1/4 ਨੂੰ ਹੋਰ ਟੈਂਡਰ ਇਨਵਾਈਟ ਕਰ ਲਿਆ ਜਿਹੜਾ ਕਿ 50,000 ਕੋਵਿਡ ਕਿੱਟਾਂ ਵਾਸਤੇ ਹੋਰ ਕੀਤਾ ਗਿਆ। ਉਹ ਟੈਂਡਰ ਨੰਬਰ 2 ਆਵ ਹੈ। ਔਰ ਮੈਂ ਇੱਕ ਚੀਜ਼ ਹੋਰ ਤੁਹਾਡੇ ਧਿਆਨ ਚ ਲਿਆ ਦਾਂ, ਇਸ ਸਕੋਪ ਜਿਹੜੀ ਫਤਿਹ ਕਿੱਟ ਹੈਗੀ ਹੈ, ਇਹ ਪਹਿਲੇ ਟੈਂਡਰ ਦੇ ਵਿੱਚ ਜਿਹੜੀਆਂ ਆਈਟਮਾਂ ਆਣੀਆਂ ਨੇ, ਇਹ 20 ਆਈਟਮਾਂ ਦਾ ਟੈਂਡਰ ਸੀਗਾ ਜੀ। ਇਹ 20 ਆਈਟਮਾਂ ਦਾ ਟੈਂਡਰ ਸੀਗਾ। ਸੇਮ ਆਈਟਮ ਸੇਮ ਸਪੈਸੀਫਿਕੇਸ਼ਨ, ਸੇਮ ਆਈਟਮਸ ਸੇਮ ਸਪੈਸੀਫਿਕੇਸ਼ਨਸ ਟੈਂਡਰ ਨੰਬਰ 2 ਦੇ ਵਿੱਚ ਵੀ ਫਲੋਟ ਕੀਤੀ ਗਈ। यानी कि 20 ਦੀਆਂ 20 ਆਈਟਮਾਂ ਸੇਮ ਸਪੈਸੀਫਿਕੇਸ਼ਨ, ਸੇਮ ਟੈਬਲੇਟ, ਸੇਮ ਹਰ ਚੀਜ਼ ਜਿਹੜੀ ਹੈਗੀ ਹੈ ਉਹ ਉਹਦੇ ਵਿੱਚ ਇਹਨਾਂ ਨੇ ਫਲੋਟ ਕੀਤੀ। ਔਰ ਇਹ ਟੈਂਡਰ ਜਿਹੜਾ ਹੈਗਾ ਵੈ, ਇਹਦਾ ਵਰਕ ਆਰਡਰ ਜਿਹੜਾ ਹੈਗਾ ਵੈ 20/4 ਨੂੰ 1226 ਰੁਪਏ 40 ਵਿੱਚ ਦਿੱਤਾ ਗਿਆ। 1226 ਰੁਪਏ 40 ਚ, ਕਿੱਥੇ 837 ਦੇ ਵਿੱਚ ਉਹ ਪਾਰਟੀ ਦੇਣ ਨੂੰ ਤਿਆਰ ਬੈਠੀ ਸੀ। ਪੰਜਾਬ ਸਰਕਾਰ ਨੇ ਇੱਕ ਹੋਰ ਟੈਂਡਰ ਫਲੋਟ ਕਰਕੇ 1226, ਯਾਨੀ ਕਿ ਲਗਭਗ ਸਿੱਧਾ 400 ਰੁਪਏ ਦਾ ਪ੍ਰਤੀ ਕਿੱਟ ਦਾ ਕਪੜਾ। ਇਹਦੇ ਨਾਲ ਵੀ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਢਿੱਡ ਨਹੀਂ ਭਰਿਆ। ਇਸ ਪਹਿਲੇ ਵਰਕ ਆਰਡਰ ਔਰ ਦੂਸਰੇ ਵਰਕ ਆਰਡਰ ਦੇ ਵਿੱਚ ਸਿਰਫ 17 ਦਿਨ ਦਾ ਫਰਕ ਹੈ। ਇਹਦੇ ਨਾਲ ਵੀ ਢਿੱਡ ਨਹੀਂ ਭਰਿਆ। ਉਹਨਾਂ ਨੇ ਇੱਕ ਤੀਜਾ ਟੈਂਡਰ ਫਲੋਟ ਕਰ ਦਿੱਤਾ। 4 ਮਈ ਨੂੰ ਤੀਜਾ ਟੈਂਡਰ 1.5 ਲੱਖ ਕਿੱਟਾਂ ਲਈ ਫਲੋਟ ਕੀਤਾ।
ਔਰ 7 ਮਈ 2021 ਨੂੰ 1338 ਰੁਪਏ 'ਚ ਜਿਸ ਫਰਮ ਗ੍ਰੈਂਡਵੇ ਨੂੰ ਦੂਸਰੀ ਅਲਾਟਮੈਂਟ ਕੀਤੀ ਸੀਗੀ, ਇਹਦੀ ਵੈਲਿਡਿਟੀ 90 ਦਿਨ ਦੀ ਹੈਗੀ ਹੈ ਔਰ ਇਹਦੇ ਵੀ ਉਹ ਟਰਮਸ ਐਂਡ ਕੰਡੀਸ਼ਨਸ ਹੈ ਕਿ ਸੰਖਿਆ ਵਧਾਈ ਜਾਂ ਘਟਾਈ ਜਾ ਸਕਦੀ ਹੈ। ਤੇ ਫਿਰ ਤੀਜੇ ਟੈਂਡਰ ਦੀ ਲੋੜ ਕੀ ਪੈ ਗਈ? ਤੀਸਰਾ ਟੈਂਡਰ ਵੀ ਇਸੇ ਫਰਮ ਨੂੰ 1338 ਰੁਪਏ ਦੇ ਵਿੱਚ 1.5 ਲੱਖ ਕਿੱਟਾਂ ਦਾ ਦੇ ਦਿੱਤਾ ਗਿਆ। ਸਪੈਸੀਫਿਕੇਸ਼ਨਾਂ ਫਿਰ ਉਹੀ ਸੇਮ, ਉਹੀ 20 ਦੀਆਂ 20 ਆਈਟਮਾਂ। ਰਾਦਰ ਇਹਦੇ ਵਿੱਚੋਂ ਦੀ ਜਿਹੜੇ ਤੁਲਸੀ ਦੇ ਉਹਨੇ ਸੀਗੇ ਇਹ 19 ਆਈਟਮਾਂ ਕਰਤੀਆਂ, ਜਿਹੜੇ ਤੁਲਸੀ ਲੀਵਸ ਦੇਣੇ ਸੀ ਉਹਨਾਂ ਨੇ ਉਹ ਇਹਦੇ ਚੋਂ ਘਟਾ ਦਿੱਤੇ ਗਏ। ਇੱਕ ਆਈਟਮ ਘਟਾ ਦਿੱਤੀ, ਰੇਟ 1338 ਰੁਪਏ ਹੋ ਗਿਆ। ਯਾਨੀ ਕਿ 17 ਔਰ 17 34 35 ਦਿਨਾਂ ਦੇ ਵਿੱਚ ਇਹ ਸਰਕਾਰ ਨੇ 3 ਟੈਂਡਰ ਰਾਹੀਂ ਘੱਟੋ ਘੱਟ 10 ਕਰੋੜ ਦਾ ਘਪਲਾ ਕਰ ਲਿਆ। ਹੁਣ ਇਹ ਮੈਨੂੰ ਇੱਕ ਚੀਜ਼ ਸਮਝਾਓ, ਆਪਾਂ ਸਾਰੇ ਦੇਖਦੇ ਹਾਂ ਕਿ ਇੰਨੀ ਕਿਹੜੀ, ਪਹਿਲੀ ਗੱਲ ਤੇ ਸਰਕਾਰ ਦੀ ਨਲਾਇਕੀ ਕਿ ਪਹਿਲਾ ਟੈਂਡਰ 50, ਫਿਰ 50, ਫਿਰ 1.5 ਲੱਖ। ਇਹ ਕੀ ਹਿਸਾਬ ਕਿਤਾਬ ਹੋਇਆ? ਨੰਬਰ 2, ਜਦ ਪਹਿਲਾ ਟੈਂਡਰ ਦੇ ਵਿੱਚ ਲਿਖਿਆ ਹੋਇਆ ਕਿ ਸੰਖਿਆ ਵਧਾਈ ਜਾਂ ਘਟਾਈ ਜਾ ਸਕਦੀ ਹੈ, 1 ਮਹੀਨੇ ਦੇ ਵਿੱਚ ਤੁਹਾਨੂੰ 2 ਟੈਂਡਰ ਫਲੋਟ ਕਰਨ ਦੀ ਕੀ ਲੋੜ ਪੈ ਗਈ? ਔਰ ਫਿਰ ਰੇਟਸ ਜਿਹੜੇ ਹੈਗੇ ਨੇ 1 ਮਹੀਨੇ ਦੇ ਵਿੱਚ ਐਸਾ ਕਿਹੜਾ ਹੋਇਆ, ਕਿਹੜੀ ਕੰਪਨੀ ਨੇ ਕਿਹੜੀ ਦਵਾਈ ਦਾ ਰੇਟ ਇੰਨਾ ਵਧਾਇਆ ਕਿ 837 ਦਾ 940 ਤੁਸੀਂ ਦਿੱਤਾ, 940 ਤੋਂ ਜਾ ਕੇ 1338 ਰੁਪਏ ਦੇ ਵਿੱਚ ਜਿਹੜਾ ਲਾਸਟ ਟੈਂਡਰ ਜਿਹੜਾ ਹੈਗਾ ਉਹ 1338 ਰੁਪਏ ਦੇ ਵਿੱਚ ਉਸੇ ਕੰਪਨੀ ਨੂੰ ਦਿੱਤਾ ਜਿਨੇ ਕਿ ਦੂਸਰੀ ਵਾਰੀ 1226 ਰੁਪਏ ਵਿੱਚੋਂ 15 ਦਿਨ ਬਾਅਦ, ਸਿਰਫ 15 ਦਿਨ ਦੇ ਬਾਅਦ 1226 ਤੋਂ 1338 ਰੁਪਏ ਰੇਟ ਹੋ ਗਿਆ। ਇਹਦੇ ਚ ਕਿਹਦੀ ਹਿੱਸੇਦਾਰੀ ਹੈ? ਇਹ ਆਪਾਂ ਸਾਰੇ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਕਿੰਨੇ ਕੁ ਇਸ ਕੰਮ 'ਚ ਹੋਈ ਹੈ। ਕੋਵਿਡ ਦਾ ਸਮੇਂ ਚੱਲਦਾ ਹੋਵੇ, ਲੋਕਾਂ ਦੀ ਜਾਨ ਮਾਲ ਦੀ ਹੋਵੇ, ਇੱਕ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਫ੍ਰੀ ਵੈਕਸੀਨ ਦੇ ਰਿਹਾ, ਫ੍ਰੀ ਰਾਸ਼ਨ ਦੇ ਰਿਹਾ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਉਹਦਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪੈਸਾ ਕਿਵੇਂ ਕਮਾਉਣਾ ਹੈ, ਆਪਣੇ ਘਰ ਕਿਵੇਂ ਭਰਨੇ ਆ, ਸਾਡਾ 25% 30% ਦਾ ਹਿੱਸਾ ਕਿਵੇਂ ਆਉਂਦਾ ਹੈ? ਕਿਉਂਕਿ ਇਹ ਟੋਟਲ ਜਿਹੜੀ ਹੈਗੀ ਹੈ ਇਹ ਲਗਭਗ 30 ਕਰੋੜ ਦੀ ਸਾਰੀ ਇਹਨਾਂ ਦੀ ਪਰਚੇਜ਼ ਹੈਗੀ ਹੈ। ਜੇ 30 ਕਰੋੜ ਚੋਂ 8 ਕਰੋੜ ਜਾਂ 10 ਕਰੋੜ ਦੇ ਕਰੀਬ ਇਹ ਰੇਸ਼ੋ ਬਣਦੀ ਹੈ ਤੇ ਆਪਣੇ ਆਪ ਹਿਸਾਬ ਲਾ ਸਕਦੇ ਆ ਕਿ 25% ਦੀ ਸਰਕਾਰ ਕਿਹੜੀ ਚੱਲਦੀ ਪਈ ਹੈ ਪੰਜਾਬ ਦੇ ਵਿੱਚ। ਔਰ ਸ਼ਾਇਦ ਨਵਜੋਤ ਸਿੰਘ ਸਿੱਧੂ ਨੇ ਵੀ ਇਹੀ ਗੱਲ ਕਹੀ ਸੀ ਕਿ 75-25 ਦੀ ਸਰਕਾਰ ਚੱਲਦੀ ਹੈ। ਸੋ ਇਸ ਤਰੀਕੇ ਦੇ ਨਾਲ ਇਸ ਪੰਜਾਬ ਸਰਕਾਰ ਨੇ, ਇਹਦੇ ਮੁੱਖ ਮੰਤਰੀ ਨੇ, ਇਹਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਜਨਤਾ ਦੇ ਨਾਲ ਖਿਲਵਾੜ ਕੀਤਾ। ਜਿਹੜਾ ਸਰਕਾਰ ਵੱਲੋਂ ਪੈਸਾ ਜਾਂਦਾ ਹੈ ਉਹ ਤੁਹਾਡੇ ਮੇਰੇ ਵਰਗੇ ਦਿੱਤੇ ਟੈਕਸਾਂ ਤੇ ਜਾਂਦਾ ਹੈ। ਉਸ ਨੂੰ ਕਿਸ ਤਰੀਕੇ ਨਾਲ ਆਪਣੀ ਜੇਬ 'ਚ ਪਾਣਾ ਹੈ, ਇਹ ਸਾਰਾ ਜ਼ਰੀਆ ਤੁਹਾਡੇ ਸਾਹਮਣੇ ਅਸੀਂ ਰੱਖਿਆ ਔਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਿਰਫ 34 ਦਿਨਾਂ ਦੇ ਵਿੱਚ 3 ਟੈਂਡਰ ਕਰਨ ਦੀ ਕੀ ਲੋੜ ਪੈ ਗਈ। ਤੁਹਾਡੇ ਸਾਹਮਣੇ ਅੱਜ 4 ਦਿਨਾਂ ਬਾਅਦ ਹੀ ਇੱਕ ਹੋਰ ਕਪਲਾ ਜਿਹੜਾ ਹੈ, ਹੋਰ ਸਕੈਂਡਲ ਪੰਜਾਬ ਸਰਕਾਰ ਦਾ ਤੁਹਾਡੇ ਸਾਹਮਣੇ ਲਿਆਂਦਾ ਹੈਗਾ। ਔਰ ਇੱਕ ਪਾਸੇ ਤਾਂ ਕੇਂਦਰ ਦੀ ਸਰਕਾਰ ਹੈ, ਕਰੋਨਾ ਨਾਲ ਲੜਨ ਵਾਸਤੇ, ਕੋਵਿਡ ਦੇ ਨਾਲ ਲੜਨ ਵਾਸਤੇ ਉਹ ਕਿੰਨੀ ਸੰਵੇਦਨਸ਼ੀਲ ਹੈ ਕਿ ਜਿੱਥੇ ਉਹਨਾਂ ਨੇ ਇਸ ਦੇਸ਼ ਦੀ 80 ਕਰੋੜ ਗਰੀਬ ਜਨਤਾ ਦੇ ਵਾਸਤੇ ਜਿਹੜਾ ਅਨਾਜ ਪਹਿਲਾਂ 2 ਮਹੀਨੇ ਦਾ ਭੇਜਿਆ ਸੀ ਉਹਨੂੰ ਵਧਾ ਕੇ ਹੁਣ ਨਵੰਬਰ ਤੱਕ ਕਰਤਾ। ਔਰ ਉਹਨੂੰ ਚਿੰਤਾ ਹੈ ਕਿ ਇਸ ਦੇਸ਼ ਦਾ ਜਿਹੜਾ ਗਰੀਬ ਆਦਮੀ ਹੈ ਉਹਦੇ ਖਾਣੇ ਦਾ, ਉਹਦੇ ਭੋਜਨ ਦਾ ਪ੍ਰਬੰਧ ਇਸ ਮਹਾਮਾਰੀ ਦੇ ਦੌਰਾਨ, ਇਸ ਆਪਦਾ ਦੇ ਦੌਰਾਨ ਹੋਣਾ ਚਾਹੀਦਾ ਹੈ। ਇਹਦੀ ਚਿੰਤਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਮੇਸ਼ਾ ਕਰਦੇ ਨੇ, ਪਿੱਛੇ ਵੀ ਕੀਤੀ, ਹੁਣ ਵੀ ਕਰਦੇ ਨੇ। ਦੂਸਰੇ ਪਾਸੇ ਔਰ ਦੂਸਰਾ ਜਿਹੜਾ ਉਹਨਾਂ ਨੇ ਵੱਡਾ ਕਦਮ ਚੁੱਕਿਆ ਕਿ ਪੂਰੇ ਦੇਸ਼ ਦੀ ਜਨਤਾ ਵਾਸਤੇ, ਜਿੱਥੇ ਪਹਿਲਾਂ 45 ਸਾਲ ਤੋਂ ਉੱਪਰ ਦੇ ਨਾਗਰਿਕਾਂ ਦੇ ਵਾਸਤੇ ਇਹ ਵੈਕਸੀਨ ਫ੍ਰੀ ਲੱਗ ਰਹੀ ਸੀ,
ਉੱਥੇ ਹੁਣ 18 ਸਾਲ ਤੋਂ ਉੱਪਰ ਦੇ ਨਾਗਰਿਕਾਂ ਵਾਸਤੇ ਇਹ ਵੈਕਸੀਨ 21 ਜੂਨ ਤੋਂ ਬਿਲਕੁਲ ਫ੍ਰੀ ਲੱਗਣੀ ਸ਼ੁਰੂ ਹੋ ਜਾਣੀ ਹੈ। ਔਰ ਇਹ ਵੈਕਸੀਨ ਜਿਹੜੀ ਹੈ ਇਹ ਕੋਈ ਫ੍ਰੀ ਤਾਂ ਬਣਦੀ ਨਹੀਂ, ਇਹ ਪੈਸੇ ਲੱਗਦੇ ਨੇ। ਕੇਂਦਰ ਸਰਕਾਰ ਇਹਦਾ ਸਾਰਾ ਖਰਚਾ ਚੁੱਕੇਗੀ, ਐਸਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੱਲ ਫੈਸਲਾ ਕੀਤਾ, ਸਾਡੇ ਸਭ ਦੇ ਸਾਹਮਣੇ ਆਊਗਾ। ਔਰ ਦੂਸਰੇ ਪਾਸੇ ਇਹ ਪੰਜਾਬ ਦੀ ਸਰਕਾਰ ਹੈ ਜਿਨ੍ਹਾਂ ਨੂੰ ਥੋੜੇ ਦਿਨ ਪਹਿਲਾਂ ਹੀ 80,000 ਵੈਕਸੀਨ ਜਿਹੜੀ ਪੰਜਾਬ ਵਾਸਤੇ ਆਈ ਸੀਗੀ ਉਹਨੂੰ 1060 ਦੇ ਵਿੱਚ ਪ੍ਰਾਈਵੇਟ ਹਸਪੀਟਲਾਂ ਨੂੰ ਵੇਚਿਆ ਗਿਆ। ਔਰ ਅੱਜ ਇੱਕ ਨਵਾਂ ਘੁਟਾਲਾ, ਬੜਾ ਵੱਡਾ ਘੁਟਾਲਾ ਪੰਜਾਬ ਸਰਕਾਰ ਦਾ ਤੁਹਾਡੇ ਸਾਹਮਣੇ ਆਇਆ, ਜਿਹਦੇ ਵਿੱਚ 30 ਕਰੋੜ ਦੀ ਪਰਚੇਜ ਫਤਿਹ ਕਿੱਟਾਂ ਦੀ ਹੁੰਦੀ ਹੈ ਔਰ ਉਹਦੇ ਵਿੱਚ 8 ਤੋਂ 10 ਕਰੋੜ ਰੁਪਏ ਦਾ ਘਪਲਾ ਜਿਹੜਾ ਹੈ ਉਹ ਸਾਹਮਣੇ ਤੁਹਾਡੇ ਬਿਲਕੁਲ ਵਿਦ ਫੈਕਟਸ ਐਂਡ ਫਿਗਰ ਦੇ ਨਾਲ, ਅੰਕੜੇ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈਗਾ। ਮੈਂ ਸਮਝਦਾ ਕਿ ਇਸ ਪੰਜਾਬ ਸਰਕਾਰ ਦੀ ਬੇਸ਼ਰਮੀ ਦੀ ਕੋਈ ਸੀਮਾ ਹੀ ਨਹੀਂ ਹੈਗੀ। ਦੇਖੋ ਕਿੱਡੀ ਵੱਡੀ ਇੱਕ ਵੱਡੀ ਗੱਲ ਹੈ ਕਿ ਜਦੋਂ ਕੋਈ ਵੀ ਵਿਰੋਧੀ ਧਿਰ ਇਹਨਾਂ ਦੇ ਖਿਲਾਫ ਕਰਪਸ਼ਨ ਦੇ ਚਾਰजेस ਲਗਾ ਰਿਹਾ, ਭ੍ਰਸ਼ਟਾਚਾਰ ਦੇ ਚਾਰजेस ਲਗਾ ਰਿਹਾ। ਜਦੋਂ ਪਹਿਲਾਂ ਗੱਲ ਆਈ ਕਿ ਤੁਸੀਂ ਪ੍ਰਾਈਵੇਟ ਹਸਪੀਟਲਾਂ ਨੂੰ 80,000 ਵੈਕਸੀਨ ਵੇਚੀ ਤੇ ਬਾਅਦ 'ਚ ਇੱਕ ਚਿੱਠੀ ਆ ਗਈ ਜੀ ਕਿ ਅਸੀਂ ਉਹ ਫੈਸਲਾ, ਉਹ ਵੈਕਸੀਨ ਵਾਪਸ ਲੈ ਰਹੇ ਹਾਂ। ਕਿਆ ਉਹ ਚਿੱਠੀ ਕੱਢ ਕੇ ਵੈਕਸੀਨ ਵਾਪਸ ਲੈ ਕੇ ਕੰਮ ਚੱਲ ਜਾਏਗਾ? ਔਰ ਅੱਜ ਜਦੋਂ ਫਤਿਹਗੜ੍ਹ ਦੇ ਵਿੱਚ ਪਰਚੇਜ ਦੇ ਵਿੱਚ ਭ੍ਰਸ਼ਟਾਚਾਰ ਦਾ ਇਲਜ਼ਾਮ ਲੱਗ ਰਿਹਾ, ਕੋਈ ਹੈਲਥ ਮੰਤਰੀ ਨਹੀਂ, ਕੋਈ ਮੁੱਖ ਮੰਤਰੀ ਨਹੀਂ, ਪੰਜਾਬ ਦਾ ਕੋਈ ਨੇਤਾ ਅੱਜ ਇਹਦੇ ਤੇ ਬੋਲਣ ਨੂੰ ਤਿਆਰ ਨਹੀਂ। ਇਹਦੇ ਤੋਂ ਸਾਬਤ ਹੋ ਰਿਹਾ ਕਿ ਇਸ ਕਰੋਨਾ ਦੇ ਵਿੱਚ ਜਿੱਥੇ ਕੇਂਦਰ ਸਰਕਾਰ ਨੇ ਅਫਸਰ ਲੱਭੇ ਇਸ ਦੇਸ਼ ਦੇ ਨਾਗਰਿਕਾਂ ਨੂੰ ਸਹੂਲਤਾਂ ਦੇਣ ਵਾਸਤੇ, ਉੱਥੇ ਪੰਜਾਬ ਦੀ ਸਰਕਾਰ ਨੇ ਇਸ ਕਰੋਨਾ ਨੂੰ ਭ੍ਰਸ਼ਟਾਚਾਰ ਦਾ ਅਫਸਰ ਬਣਾਇਆ ਹੈਗਾ। ਇਹ ਜਿਹੜਾ ਫਤਿਹ ਕਿੱਟ ਦਾ ਨਾਮ ਦੇ ਰਹੇ ਨੇ ਕਿ ਫਤਿਹ ਮਿਸ਼ਨ ਫਤਿਹ ਅਸੀਂ ਪੰਜਾਬ ਦੇ ਵਿੱਚ ਕਰੋਨਾ ਦੇ ਕੀਤਾ, ਇਹ ਮਿਸ਼ਨ ਫਤਿਹ ਭ੍ਰਸ਼ਟਾਚਾਰ ਤੇ ਕੀਤਾ ਇਹਨਾਂ ਨੇ। ਇਹ ਮੈਂ ਇਹਨੂੰ ਕਹੂੰਗਾ ਕਿ ਇਹ ਭ੍ਰਸ਼ਟਾਚਾਰ ਫਤਿਹ ਮਿਸ਼ਨ ਹੈਗਾ। ਸੋ ਇਹ ਵਿਚਾਰਨ ਦੀ ਗੱਲ ਹੈ। ਤੁਸੀਂ ਸਾਰੇ ਦੇਸ਼ ਦਾ ਚੌਥਾ ਸਤੰਭ ਹੋ, ਦੇਸ਼ ਦੀ ਜਨਤਾ ਤੱਕ ਤੁਸੀਂ ਹਰ ਗੱਲ ਨੂੰ ਪਹੁੰਚਾਉਣਾ ਹੈ। ਜਿਸ ਢੰਗ ਨਾਲ ਇਸ ਸਰਕਾਰ ਦਾ 4.5 ਸਾਲ ਦਾ ਸਮਾਂ ਬੀਤਿਆ, ਇੱਕ ਵੀ ਅਚੀਵਮੈਂਟ ਇਸ ਪੰਜਾਬ ਸਰਕਾਰ ਦੀ ਨਹੀਂ ਹੈਗੀ। ਕੇਵਲ ਭ੍ਰਸ਼ਟਾਚਾਰ, ਭ੍ਰਸ਼ਟਾਚਾਰ ਔਰ ਭ੍ਰਸ਼ਟਾਚਾਰ। ਅੱਜ ਐਸੀ ਮਹਾਮਾਰੀ ਦੇ ਸਮੇਂ ਦੇ ਦੌਰਾਨ ਵੀ ਜਦੋਂ ਇਹ ਸਰਕਾਰ ਇਸ ਤਰ੍ਹਾਂ ਦੇ ਸਮੇਂ ਤਲਾਸ਼ ਰਹੀ ਹੈ ਕਿ ਜਦੋਂ ਇਸ ਪੰਜਾਬ ਦੇ ਨਾਗਰਿਕਾਂ ਨੂੰ ਬਚਾਉਣ ਦੀ ਜ਼ਰੂਰਤ ਹੈ, ਉਹਨਾਂ ਦੀ ਰੱਖਿਆ ਕਰਨ ਦੀ ਜ਼ਰੂਰਤ ਹੈ। ਇਸ ਕੋਵਿਡ ਦੇ ਦੌਰਾਨ ਜਦੋਂ ਪਹਿਲੀ ਵੇਗ ਆਈ, ਜਦ ਵੀ ਪੰਜਾਬ ਦੀ ਸਰਕਾਰ ਨੇ ਕਿਸੇ ਪੰਜਾਬੀ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ, ਨਾ ਕਿਸੇ ਵਪਾਰੀ ਨੂੰ ਰਾਹਤ ਦਿੱਤੀ, ਨਾ ਕਿਸਾਨ ਨੂੰ ਰਾਹਤ ਦਿੱਤੀ, ਨਾ ਮਜ਼ਦੂਰ ਨੂੰ ਰਾਹਤ ਦਿੱਤੀ, ਨਾ ਮੱਧਮ ਵਰਗ ਨੂੰ ਰਾਹਤ ਦਿੱਤੀ। ਔਰ ਅੱਜ ਦੂਜੀ ਵੇਗ ਵੀ ਜਦੋਂ ਆਈ ਹੈ, ਪੰਜਾਬ ਸਰਕਾਰ ਨੇ ਕਿਸੇ ਤਰ੍ਹਾਂ ਦੀ ਰਾਹਤ ਜਿਹੜੀ ਹੈ ਉਹ ਪੰਜਾਬੀਆਂ ਨੂੰ ਨਹੀਂ ਦਿੱਤੀ ਹੈਗੀ। ਕਿਸੇ ਤਰ੍ਹਾਂ ਦਾ ਵੀ ਹੌਸਲਾ ਵਜਾਈ ਉਹਨਾਂ ਦੇ ਨਾਲ, ਇਸ ਮਹਾਮਾਰੀ ਦੇ ਨਾਲ ਪੰਜਾਬ ਸਰਕਾਰ ਖੜੀ ਨਜ਼ਰ ਆਉਂਦੀ ਹੋਵੇ, ਇਸ ਤਰ੍ਹਾਂ ਦੀ ਕੋਈ ਘੋਸ਼ਣਾ ਪੰਜਾਬ ਸਰਕਾਰ ਨੇ ਨਹੀਂ ਕੀਤੀ। ਸੋ ਮੈਂ ਤਾਂ ਇਹ ਕਹਿਣਾ ਕਿ ਪੰਜਾਬ ਸਰਕਾਰ ਵਾਸਤੇ ਇਹ ਡੁੱਬ ਮਰਨ ਵਾਲੀ ਗੱਲ। ਸੋ ਸਾਥੀਓ, ਜਿੱਥੇ ਅਨਿਲ ਸਰੀਨ ਜੀ ਨੇ ਮੰਗ ਕੀਤੀ ਆ, ਭਾਰਤੀ ਜਨਤਾ ਪਾਰਟੀ ਪੰਜਾਬ ਇਹ ਮੰਗ ਕਰਦੀ ਹੈ ਕਿ ਤੁਰੰਤ ਬਲਬੀਰ ਸਿੰਘ ਸਿੱਧੂ ਜਿਹੜਾ ਹੈਲਥ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਚਾਹੀਦਾ, ਮੁੱਖ ਮੰਤਰੀ ਨੂੰ ਆਪਣੇ ਫਾਰਮ ਹਾਊਸ ਤੋਂ ਬਾਹਰ ਆਉਣਾ ਚਾਹੀਦਾ। ਜਿੰਨੀ ਗੂੜੀ ਨੀਂਦ ਮੁੱਖ ਮੰਤਰੀ ਸਾਹਿਬ ਸੁੱਤੇ ਪਏ ਨੇ, ਅੱਜ ਜਿੰਨੇ ਵੀ ਸਕੋਰ ਸੈਟਲ ਕਰ ਰਹੇ ਨੇ, ਜੇ 2 ਨੌਕਰੀਆਂ ਦਿੱਤੀਆਂ ਤੇ ਉਹ ਵੀ ਆਪਣੇ ਐਮਐਲਏ ਦੇ ਪਰਿਵਾਰਾਂ ਦੇ ਵਿੱਚ ਦਿੱਤੀਆਂ। ਕਿਸੇ ਨੌਜਵਾਨ ਨੂੰ ਕੋਈ ਨੌਕਰੀ ਨਹੀਂ ਦਿੱਤੀ, ਕਿਸੇ ਕਿਸਾਨ ਦਾ ਕਰਜ਼ਾ ਮਾਫ ਨਹੀਂ ਹੋਇਆ, ਕਿਸੇ ਵੀ ਨੌਜਵਾਨ ਨੂੰ ਲੈਪਟਾਪ ਜਾਂ ਮੋਬਾਈਲ ਦੇਣ ਦੀ ਗੱਲ ਕੀਤੀ ਸੀ, ਕਿਸੇ ਨੂੰ ਨਹੀਂ ਮਿਲਿਆ। ਅੱਜ ਸਰਕਾਰ ਦਾ ਸਮਾਂ ਮੁੱਕਣ ਵਾਲਾ। ਇੱਕ ਵੀ ਇੱਟ ਪੰਜਾਬ ਦੇ ਵਿੱਚ ਵਿਕਾਸ ਦੇ ਨਾਮ ਤੇ ਨਹੀਂ ਲੱਗੀ। ਅੱਜ ਜਿੰਨੇ ਵੀ ਵਿਕਾਸ ਦੇ ਪ੍ਰੋਜੈਕਟ ਪੰਜਾਬ ਦੇ ਅੰਦਰ ਚੱਲ ਰਹੇ ਨੇ, ਜੇ ਲੁਧਿਆਣਾ ਦੇ ਵਿੱਚ ਐਲੀਵੇਟਰ ਰੋਡ ਬਣ ਰਹੀ ਹੈ, ਉਹ ਕੇਵਲ ਤੇ ਕੇਵਲ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ। ਅੱਜ ਜਿੰਨੀ ਵੀ ਡਿਵੈਲਪਮੈਂਟ ਹੋ ਰਹੀ ਹੈ ਸਮਾਰਟ ਸਿਟੀ ਦੇ ਨਾਮ ਤੇ ਲੁਧਿਆਣੇ ਦੇ ਵਿੱਚ, ਉਹ ਕੇਂਦਰ ਸਰਕਾਰ ਦੇ ਪ੍ਰੋਜੈਕਟ ਨੇ। ਜਾਂ ਜਿੱਥੇ ਵੀ ਪੰਜਾਬ ਦੇ ਅੰਦਰ ਆ ਜਿਹੜਾ ਹਾਈਵੇ ਬਣਿਆ ਲੁਧਿਆਣਾ ਤੋਂ ਲੈ ਕੇ ਚੰਡੀਗੜ੍ਹ ਤੱਕ, ਇਹ 6 ਲੇਨ ਹਾਈਵੇ, ਇਹ ਕੇਂਦਰ ਸਰਕਾਰ ਦੀ ਦੇਣ ਹੈ। ਸੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਪੰਜਾਬ ਦੀ ਜਨਤਾ ਨੂੰ ਜਾਗਰਤ ਕਰਨ ਵਾਸਤੇ ਬੇਨਤੀ ਕੀਤੀ ਹੈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ।